देश विदेश तो जुड़े सारे ही ਸਰੋਤਿਆਂ ਦਾ ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਮੈਂ ਵਧਾਈ ਦੇਣੀ ਚਾਹੁੰਦਾ ਹਾਂ ਕੁੱਲ ਸੰਸਾਰ ਵਿੱਚ ਵਸਦੇ ਪੰਜਾਬੀਆਂ ਨੂੰ ਤੇ ਕੈਨੇਡਾ ਮੂਵ ਹੋਣ ਦੇ ਇੱਛੁਕ ਸਾਰੀ ਕੁੱਲ ਜਿੰਨੇ ਵੀ ਮੁਲਕ ਇਮੀਗ੍ਰੈਂਟ ਹੋ ਕੇ ਕੈਨੇਡਾ ਜਾਣਾ ਚਾਹੁੰਦੇ ਨੇ, ਮੁਲਕਾਂ ਦੇ ਲੋਕ ਇਮੀਗ੍ਰੈਂਟ ਹੋ ਕੇ ਕੈਨੇਡਾ ਜਾਣਾ ਚਾਹੁੰਦੇ ਨੇ, ਉਹ ਵੀ ਵਧਾਈ ਦੇ ਪਾਤਰ ਨੇ। ਤੇ ਖਾਸ ਕਰਕੇ ਸਾਡੇ ਸਿੱਖ ਕਮਿਊਨਿਟੀ ਦੇ ਲੋਕ, ਪੰਜਾਬੀ ਭਾਈਚਾਰੇ ਦੇ ਲੋਕ ਜਿਨ੍ਹਾਂ ਦੀ ਸਰਦਾਰ ਜਗਮੀਤ ਸਿੰਘ ਹੁਣਾਂ ਦੀ ਪਾਰਟੀ ਦੇ ਨਾਲ ਗੱਠਜੋੜ ਕਰਕੇ ਜਸਟਿਨ ਟਰੂਡੋ ਹੁਣੀ ਆਪਦੀ ਅਗਲੀ ਗੌਰਮੈਂਟ ਦੁਬਾਰਾ ਪ੍ਰਧਾਨ ਮੰਤਰੀ ਦਾ ਅਹੁਦਾ ਸਾਂਭਣ ਜਾ ਰਹੇ ਨੇ। ਪੰਜਾਬੀ ਭਾਈਚਾਰੇ ਦੇ ਲਈ ਜਿਹੜੇ ਲੋਕ ਖਾਸ ਕਰਕੇ ਪੰਜਾਬ ਦੇ ਵਿੱਚ ਵਸਦੇ ਸਾਡੇ ਪੰਜਾਬੀ, ਉਹਨਾਂ ਦੇ ਲਈ ਇੱਕ ਬੜੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਕਾਫੀ ਟਾਈਮ ਤੋਂ, ਜਾਂ ਕਹਿ ਸਕਦੇ ਹਾਂ ਜਦੋਂ ਤੋਂ ਇਲੈਕਸ਼ਨਸ ਅਨਾਊਂਸ ਹੋਈਆਂ ਸੀ ਕਿ ਜੇ ਸਰਕਾਰ ਬਦਲ ਜਾਂਦੀ ਆ ਤਾਂ ਸਾਡੇ ਜਿਹੜੇ ਬੱਚੇ ਇੱਥੇ ਪੜ੍ਹ ਰਹੇ ਨੇ ਅਤੇ ਹੁਣ ਉਹ ਅੱਗੇ ਫਿਊਚਰ ਦੀ ਪਲੈਨਿੰਗ ਕੈਨੇਡਾ ਜਾ ਕੇ ਪੜ੍ਹਨ ਦੀ ਕਰ ਰਹੇ ਨੇ, ਜਾਂ ਜਿਹੜੇ ਬੱਚੇ ਕੈਨੇਡਾ ਪੱਕੇ ਤੌਰ 'ਤੇ ਮੂਵ ਹੋਣਾ ਚਾਹੁੰਦੇ ਨੇ, ਓਪਨ ਵਰਕ ਪਰਮਿਟ 'ਤੇ ਜਾਣ ਵਾਲੇ ਕੈਂਡੀਡੇਟਸ, ਉਹਨਾਂ ਸਭ ਦਾ ਕਿਤੇ ਨਾ ਕਿਤੇ ਉਹਨਾਂ ਦੇ ਪੇਰੈਂਟਸ ਜਾਂ ਉਹਨਾਂ ਨੂੰ ਆਪ ਇੱਕ ਬੜੀ ਵੱਡੀ ਦੁਵਿਧਾ ਉਹਨਾਂ ਦੇ ਅੰਦਰ ਸੀ ਕਿ ਸ਼ਾਇਦ ਜੇ ਗੌਰਮੈਂਟ ਚੇਂਜ ਹੋ ਜਾਂਦੀ ਆ ਤਾਂ ਇਮੀਗ੍ਰੇਸ਼ਨ ਸੈਕਟਰ ਦੇ ਵਿੱਚ ਵੱਡੀਆਂ ਡਰਾਸਟਿਕ ਚੇਂਜਸ ਆਉਣਗੀਆਂ, ਸ਼ਾਇਦ ਇਮੀਗ੍ਰੇਸ਼ਨ ਸਿਸਟਮ ਬੰਦ ਕਰ ਦਿੱਤਾ ਜਾਊਗਾ। ਉਹ ਇੱਕ ਡਰ ਜਸਟਿਨ ਟਰੂਡੋ ਅਤੇ ਸਰਦਾਰ ਜਗਮੀਤ ਸਿੰਘ ਹੁਣਾਂ ਦੀ ਜਿਹੜੀ ਇਹ ਅਲਾਇੰਸ ਨਾਲ ਬਣੀ ਗੌਰਮੈਂਟ ਆ, ਉਹਨੇ ਇੱਕ ਵਾਰੀ ਇਹ ਡਰ ਨੂੰ ਖ਼ਤਮ ਕਰ ਦਿੱਤਾ। ਮੈਂ ਇੱਕ ਵਾਰ ਦੁਬਾਰਾ ਦੱਸਣਾ ਚਾਹੁੰਦਾ ਤੁਹਾਨੂੰ ਕਿ ਜਸਟਿਨ ਟਰੂਡੋ ਵਰਗਾ ਪ੍ਰਧਾਨ ਮੰਤਰੀ ਉਹਦੇ ਪਿਤਾ ਤੋਂ ਬਾਅਦ, ਸ਼ਾਇਦ ਮੈਂ ਪਹਿਲਾਂ ਵੀ ਆਪਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਪਹਿਲਾ ਪ੍ਰਧਾਨ ਮੰਤਰੀ ਆ ਪਿਛਲੇ ਕਈ ਦਹਾਕਿਆਂ ਤੋਂ ਜਿਹਨੇ 92% ਵਾਅਦੇ ਜਿਹੜੇ ਉਹਨੇ ਕੀਤੇ ਸੀਗੇ ਇਲੈਕਸ਼ਨ ਤੋਂ ਪਹਿਲਾਂ, ਲਾਸਟ ਟੈਨਿਓਰ ਦੀ ਗੱਲ ਕਰਦਾ, ਉਹਦੀ ਲਾਸਟ ਜਿਹੜੇ 4 ਸਾਲ ਲੰਘ ਕੇ ਗਏ ਨੇ ਉਹਦੇ ਰਾਜ ਭਾਗ ਦੇ, ਤਾਂ ਉਹਨੇ 92% 100 ਦੇ ਵਿੱਚੋਂ 92 ਵਾਅਦੇ ਆਪਦੇ ਪੂਰੇ ਕਰਕੇ ਦੂਸਰੀ ਵਾਰੀ ਮਜਬੂਰ ਕਰਤਾ ਲੋਕਾਂ ਨੂੰ ਕਿ ਉਹਦੇ ਹੱਕ ਦੇ ਵਿੱਚ ਫਤਵਾ ਦੇਣ। ਸਰਦਾਰ ਜਗਮੀਤ ਸਿੰਘ ਹੁਣੀ ਇੱਕ ਚੰਗੀ ਸੋਚ ਵਾਲੇ ਬੰਦੇ ਨੇ, ਨਹੀਂ ਤਾਂ ਕਿਸੇ ਹੋਰ ਮੁਲਕ ਦੇ ਵਿੱਚ ਅਮਰਧਾਰੀ ਸਿੰਘ ਦਮਾਲਾ ਸਜਾਉਣ ਵਾਲਾ ਖਾਲਸਾ, ਜਿੱਥੇ ਬਹੁ ਗਿਣਤੀ ਅਲੱਗ-ਅਲੱਗ ਮੁਲਕਾਂ ਤੋਂ ਆਏ ਹੋਏ ਲੋਕਾਂ ਦੀ ਆ, ਅਤੇ ਉਹਨਾਂ ਦੇ ਵਿੱਚ ਜਾ ਕੇ ਆਪਦੇ ਆਪ ਨੂੰ ਪ੍ਰਧਾਨ ਮੰਤਰੀ ਦਾ ਅਹੁਦੇਦਾਰ ਬਣਵਾ ਲੈਣਾ ਜਾਂ ਬਣ ਜਾਣਾ, ਇਹ ਆਪਦੇ ਆਪ ਦੇ ਵਿੱਚ ਇੱਕ ਵੱਡਾ ਮੀਲ ਪੱਥਰ ਆ। ਤਾਂ ਮੈਂ ਇਹੀ ਕਹਿਣਾ ਕਿ ਅਸੀਂ ਸਾਰੇ ਹੀ ਵਧਾਈ ਦੇ ਪਾਤਰ ਹਾਂ। ਖਾਸ ਕਰਕੇ ਉਹ ਜ਼ਿਆਦਾ ਵਧਾਈ ਦੇ ਪਾਤਰ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਹ ਡਰ ਸੀ ਕਿ ਟਰੂਡੋ ਦੇ ਜਾਣ ਦੇ ਨਾਲ ਇਮੀਗ੍ਰੇਸ਼ਨ ਜਾਂ ਮਾਈਗ੍ਰੇਸ਼ਨ ਜਾਂ ਸਟੱਡੀ ਵੀਜ਼ਾ, ਕਿਸੇ ਵੀ ਇਹਨਾਂ ਰੂਲਸ ਐਂਡ ਰੈਗੂਲੇਸ਼ਨਸ ਦੇ ਵਿੱਚ ਵੱਡੀਆਂ ਚੇਂਜਸ ਆਉਣਗੀਆਂ। ਦੋਸਤੋ, ਇੱਕ ਗੱਲ ਮੈਂ ਕਲੀਅਰ ਕਰ ਦੇਣੀ ਚਾਹੁੰਦਾ, ਟਰੂਡੋ ਦੀ ਗੌਰਮੈਂਟ ਦਾ ਜਿਹੜਾ ਰੁਝਾਨ ਆ ਉਹ ਪੰਜਾਬੀਆਂ ਵੱਲ ਬਹੁਤ ਜ਼ਿਆਦਾ, ਸਾਨੂੰ ਸਭ ਨੂੰ ਹੀ ਪਤਾ। ਉਹਦੀ ਵਜ਼ਾਰਤ, ਉਹਦੇ ਜੇ ਅਸੀਂ ਗੱਲ ਉਹਦੇ ਰਾਜ ਭਾਗ ਵਿੱਚ, ਉਹਦੀ ਕੈਬਨਿਟ ਦੇ ਵਿੱਚ ਮੈਕਸੀਮਮ ਵੱਡੇ ਅਹੁਦਿਆਂ 'ਤੇ ਸਾਡੇ ਪੰਜਾਬੀ MPs, ਉਹਦੀ ਕੈਬਨਿਟ ਮੰਤਰੀ ਦੇ ਵਜੋਂ ਉਹਨਾਂ ਨੇ ਉਹਦੇ ਨਾਲ ਸਾਥ ਨਿਭਾਇਆ ਸੀ। ਚੰਗੇ ਤਕੜੇ ਅਹੁਦਿਆਂ 'ਤੇ ਸਾਡੇ ਪੰਜਾਬੀ ਹੀ ਰਹੇ ਨੇ, ਦੂਸਰੀ ਵਾਰੀ ਤੀਸਰੀ ਵਾਰੀ ਵੀ ਇਲੈਕਟ ਹੋਏ ਨੇ ਹੁਣ MP। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਦੇ ਫਾਦਰ ਸਾਹਿਬ ਨੇ ਜੋ ਸੋਚ ਲਈ ਸੀ ਅੱਜ ਤੋਂ ਤਕਰੀਬਨ 40 ਸਾਲ ਪਹਿਲਾਂ, 50 ਸਾਲ ਪਹਿਲਾਂ, ਕਿ ਉਹਨੇ ਮਲਟੀਕਲਚਰਲਿਜ਼ਮ ਲੈ ਕੇ ਆਂਦਾ ਸੀ ਅਤੇ ਕਿਹਾ ਸੀ ਕਿ ਇਮੀਗ੍ਰੈਂਟਸ ਨੂੰ ਵੀ ਬਰਾਬਰ ਦੇ ਅਧਿਕਾਰ ਦਿੱਤੇ ਜਾਣ। ਤਾਂ ਉਸ ਤੋਂ ਬਾਅਦ ਟਰੂਡੋ ਦਾ ਜਿਹੜਾ ਰੁਝਾਨ ਸਾਡੇ ਪੰਜਾਬੀ ਭਾਈਚਾਰੇ ਵੱਲ ਬਹੁਤ ਜ਼ਿਆਦਾ, ਆਪਾਂ ਇਹ ਕਹਿ ਸਕਦੇ ਹਾਂ ਕਿ ਉਹਦਾ ਪ੍ਰੇਮ ਆ ਸਾਡੀ ਕੌਮ ਦੇ ਨਾਲ। ਇਸ ਲਈ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜੇ ਮੈਂ ਇਕੱਲੀ ਗੱਲ ਕਰਾਂ ਕਿ ਉਹਦਾ ਸਾਡੀ ਕਮਿਊਨਿਟੀ ਨਾਲ ਪ੍ਰੇਮ ਹੋਣ ਕਰਕੇ ਉਹ ਇਮੀਗ੍ਰੇਸ਼ਨ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਸਖਤ ਨਹੀਂ ਬਣਾਉਂਦਾ ਜਾਂ ਉਹਦੀ ਗੌਰਮੈਂਟ ਸਖਤੀ ਨਹੀਂ ਕਰਦੀ, ਇਹ ਗੱਲ ਸਹੀ ਨਹੀਂ ਆ। ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਰੁਝਾਨ ਤਾਂ ਹੋ ਸਕਦਾ, ਉਹਦਾ ਧਿਆਨ ਸਾਡੀ ਕਮਿਊਨਿਟੀ ਵੱਲ ਜਾਂ ਉਹਦੇ ਲਈ ਸਾਡੀ ਕਮਿਊਨਿਟੀ ਦਾ ਨਾਲ ਉਹਦੇ ਭਾਵਨਾਵਾਂ ਜੁੜੀਆਂ ਹੋ ਸਕਦੀਆਂ ਨੇ, ਪਰ ਉਹ ਕੌਮ ਜਿਹੜੀ ਆ ਉਹ ਹਮੇਸ਼ਾ ਹੀ ਆਪਦੇ ਮੁਲਕ ਪ੍ਰਤੀ ਵਫਾਦਾਰੀ ਨੂੰ ਪਹਿਲ ਦਿੰਦੀ ਆ।
ਤੇ ਉਹਨਾਂ ਦੀ ਆਪਦੇ ਮੁਲਕ ਪ੍ਰਤੀ ਵਫਾਦਾਰੀ ਹਮੇਸ਼ਾ ਹੀ ਕਾਇਮ ਰਹਿੰਦੀ ਆ। ਹਰ ਚੀਜ਼ ਤੋਂ ਪਹਿਲਾਂ ਉਹਨਾਂ ਦੀ ਵਫਾਦਾਰੀ ਆਪਦੇ ਮੁਲਕ ਪ੍ਰਤੀ, ਆਪਦੀ ਨੇਸ਼ਨ ਪ੍ਰਤੀ ਤੇ ਆਪਦੀ ਉਸ ਧਰਤੀ ਪ੍ਰਤੀ ਉਹਨਾਂ ਦਾ ਫਸਟ ਪ੍ਰਾਇਓਰਿਟੀ ਹੁੰਦੀ ਆ। ਸੋ ਜਦੋਂ ਵੀ ਕੋਈ ਰੂਲਸ ਐਂਡ ਰੈਗੂਲੇਸ਼ਨਸ ਬਣਾਉਂਦੇ ਨੇ ਤਾਂ ਉਹ ਕੈਨੇਡਾ ਦੀ ਬਿਹਤਰੀਨ, ਕੈਨੇਡਾ ਦੀ ਗੁੱਡਵਿਲ ਨੂੰ, ਕੈਨੇਡਾ ਦੇ ਬੈਟਰ ਫਿਊਚਰ ਨੂੰ ਧਿਆਨ ਦੇ ਵਿੱਚ ਰੱਖ ਕੇ ਬਣਾਉਂਦੇ ਨੇ। ਸੋ ਜਿੱਥੋਂ ਤੱਕ ਇਮੀਗ੍ਰੇਸ਼ਨ ਸਿਸਟਮ ਦੀ ਗੱਲ ਆ, ਚਾਹੇ ਉਹ ਟਰੂਡੋ ਗੌਰਮੈਂਟ ਆ, ਲਿਬਰਲ ਗੌਰਮੈਂਟ ਆ, ਚਾਹੇ ਉਹ ਕੰਜ਼ਰਵੇਟਿਵਸ ਆ, ਚਾਹੇ ਉਹ ਕੱਲ੍ਹ ਨੂੰ NDP ਜਗਮੀਤ ਸਿੰਘ ਹੁਣੀ ਪ੍ਰਧਾਨ ਮੰਤਰੀ ਬਣ ਕੇ ਆਉਣ, ਜਿੰਨਾ ਚਿਰ ਕੈਨੇਡੀਅਨ ਗੌਰਮੈਂਟ ਦੀ ਜਾਂ ਕੈਨੇਡਾ ਦੇ ਸਿਸਟਮ ਦੀ ਡਿਮਾਂਡ ਰਹੂਗੀ, ਉਹਨਾਂ ਚਿਰ ਇਮੀਗ੍ਰੇਸ਼ਨ ਸਿਸਟਮ ਇਸੇ ਤਰੀਕੇ ਨਾਲ ਹੀ ਚੱਲਦਾ ਰਹੂਗਾ। ਦੋਸਤੋ, ਕਿਸੇ ਵੀ ਮੁਲਕ ਦਾ ਸਭ ਤੋਂ ਜ਼ਰੂਰੀ ਤੇ ਸਭ ਤੋਂ ਪਾਵਰਫੁਲ ਪਾਰਟ ਉਹਦੀ ਪੋਪੂਲੇਸ਼ਨ ਹੁੰਦੀ ਆ। ਜੇ ਉਹ ਪੋਪੂਲੇਸ਼ਨ ਓਵਰ ਹੋ ਜਾਂਦੀ ਆ, ਲੋੜ ਤੋਂ ਜ਼ਿਆਦਾ ਵੱਧ ਜਾਂਦੀ ਆ, ਫਿਰ ਵੀ ਨੁਕਸਾਨਦਾਇਕ ਆ। ਜੇ ਉਹ ਲੋੜ ਤੋਂ ਜ਼ਿਆਦਾ ਘਟ ਜਾਂਦੀ ਆ ਤਾਂ ਫਿਰ ਵੀ ਨੁਕਸਾਨਦਾਇਕ ਆ। ਜੇ ਅਸੀਂ ਗੱਲ ਕਰੀਏ ਕੈਨੇਡਾ ਦੀ ਧਰਤੀ ਦੀ, 3 ਕਰੋੜ 70 ਲੱਖ ਦੀ ਆਬਾਦੀ ਵਾਲਾ ਇਹ ਮੁਲਕ ਇਸ ਮੁਲਕ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਇਹਦੀ ਆਬਾਦੀ ਵੱਧ ਨਹੀਂ ਰਹੀ। ਘੱਟ ਆਬਾਦੀ ਤੇ ਮੈਕਸਿਮਮ ਏਰੀਆਜ਼ ਦਾ ਵਿਰਾਨ ਪਏ ਹੋਣਾ ਕੈਨੇਡੀਅਨ ਗੌਰਮੈਂਟ ਦੇ ਲਈ ਇੱਕ ਬੜਾ ਵੱਡਾ ਚੈਲੰਜ ਆ। ਕਿਉਂਕਿ ਲੋਕ ਹੋਣਗੇ, ਬਿਜ਼ਨਸ ਚੱਲਣਗੇ, ਲੋਕ ਆਉਣਗੇ, ਮਾਰਕੀਟ ਰਨ ਕਰੂਗੀ, ਲੋਕਾਂ ਦੇ ਨਾਲ ਹੀ ਕੰਜ਼ਿਊਮਰ ਦੇ ਨਾਲ ਹੀ ਸਾਰੇ ਬਿਜ਼ਨਸ ਖੜੇ ਨੇ। ਜੇ ਤੁਸੀਂ ਦੁਕਾਨ ਖੋਲ੍ਹੀ ਆ, ਜੇ ਉੱਥੇ ਗਾਹਕ ਹੀ ਨਹੀਂ ਆਉਂਦਾ ਤਾਂ ਦੁਕਾਨ ਆਖਰ ਨੂੰ ਬੰਦ ਕਰਨੀ ਪਊਗੀ। ਉਹੀ ਸੇਮ ਸਿਸਟਮ ਆ ਕਿ ਜੇ ਕੰਜ਼ਿਊਮਰ ਨਹੀਂ ਹੈਗਾ ਕਿਸੇ ਕੰਟਰੀ ਦੇ ਵਿੱਚ ਤਾਂ ਉਹ ਕੰਟਰੀ ਦਾ ਚੰਗੇ ਤਰੀਕੇ ਨਾਲ ਰਨ ਹੋਣਾ, ਚੱਲਣਾ ਅਸੰਭਵ ਹੋ ਜਾਂਦਾ। ਸੋ ਜਿੱਥੋਂ ਤੱਕ ਮੈਂ ਗੱਲ ਕਰਨ ਲੱਗਿਆ ਤੁਹਾਡੇ ਨਾਲ, ਆਉਣ ਵਾਲੇ ਦਿਨਾਂ ਦੇ ਵਿੱਚ ਜੇ ਅਸੀਂ ਪਿਛਲੇ ਕੁਝ ਅੰਕੜੇ ਚੱਕ ਕੇ ਦੇਖੀਏ, ਜਿਹੜੀ ਪਲੈਨਿੰਗ ਇਮੀਗ੍ਰੇਸ਼ਨ ਨਾਲ ਰਿਲੇਟਡ ਕੈਨੇਡੀਅਨ ਗੌਰਮੈਂਟ ਦੀ ਆ, ਉਹ ਇਹ ਆ ਕਿ 2025 ਤੱਕ ਕੈਨੇਡੀਅਨ ਗੌਰਮੈਂਟ ਕਹਿੰਦੀ ਆ ਕਿ ਸਾਨੂੰ 1 ਮਿਲੀਅਨ ਇਮੀਗ੍ਰੈਂਟਸ ਦੀ ਲੋੜ ਆ ਕੈਨੇਡਾ ਦੇ ਵਿੱਚ। ਤੇ ਗੌਰਮੈਂਟ ਚਾਹੇ ਕੋਈ ਵੀ ਆ ਜਾਂਦੀ, ਇਹ ਜਿਹੜੀ ਲੋੜ ਆ ਇਹ ਇਸੇ ਤਰੀਕੇ ਨਾਲ ਬਰਕਰਾਰ ਰਹਿਣੀ ਸੀ। ਪਰ ਹਾਂ, ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਜਸਟਿਨ ਟਰੂਡੋ ਦਾ ਜਿਵੇਂ ਕਿ ਰੁਝਾਨ ਪੰਜਾਬੀ ਕਮਿਊਨਿਟੀ ਵੱਲ ਜ਼ਿਆਦਾ ਹੋਣ ਕਰਕੇ ਜਿਹੜੇ ਚੰਗੇ ਪਲਾਨਸ ਆ ਜਾਂ ਸਾਡੇ ਤੇ ਜਿਹੜੀ ਉਹ ਇਮੀਗ੍ਰੇਸ਼ਨ ਵੱਲੋਂ ਸਖਤੀ ਆ, ਉਹ ਕਿਤੇ ਨਾ ਕਿਤੇ ਘੱਟ ਜ਼ਰੂਰ ਹੁੰਦੀ ਆ, ਪਰ ਅਸੀਂ ਉਸ ਸਖਤੀ ਦਾ ਨਜਾਇਜ਼ ਫਾਇਦਾ ਨਹੀਂ ਚੱਕ ਸਕਦੇ। ਸੋ ਮੈਂ ਲਾਸਟ ਦੇ ਵਿੱਚ ਕੁਝ ਮੈਸੇਜਸ ਆਉਣ ਵਾਲੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਦੇਣਾ ਚਾਹੁੰਦਾ। ਦੋਸਤੋ, ਗੌਰਮੈਂਟ ਜਿਹੜੀ ਤੁਸੀਂ ਚਾਹੁੰਦੇ ਸੀ ਉਹ ਆ ਚੁੱਕੀ ਆ। ਜਸਟਿਨ ਟਰੂਡੋ ਨੂੰ ਲੋਕ ਅੱਡੀਆਂ ਚੱਕ ਉਡੀਕਦੇ ਸੀ ਕਿ ਦੁਬਾਰਾ ਫਿਰ ਇਹੀ ਆ ਜਾਵੇ। ਖਾਸ ਕਰਕੇ ਪੰਜਾਬ ਦੇ ਵਿੱਚ ਰਹਿਣ ਵਾਲੇ ਪੰਜਾਬੀ, ਜਿਨ੍ਹਾਂ ਦੇ ਬੱਚਿਆਂ ਦਾ ਫਿਊਚਰ, ਪੰਜਾਬੀ ਇਹ ਸੋਚਦੇ ਨੇ ਕਿ ਸਾਡਾ ਕੈਨੇਡਾ ਜਾ ਕੇ ਹੀ ਸਾਡੇ ਬੱਚਿਆਂ ਦਾ ਫਿਊਚਰ ਸਿਕਿਉਰ ਆ, ਉਹ ਪੜ੍ਹਨ ਭੇਜਣਾ ਚਾਹੁੰਦੇ ਨੇ, ਪੱਕੇ ਤੌਰ 'ਤੇ ਭੇਜਣਾ ਚਾਹੁੰਦੇ ਨੇ। ਉਹਨਾਂ ਦੀ ਇੱਕ ਬੜੀ ਵੱਡੀ ਰੀਸ ਸੀ ਕਿ ਇੱਕ ਵਾਰੀ ਲਿਬਰਲ ਗੌਰਮੈਂਟ ਦੁਬਾਰਾ ਫਿਰ ਆ ਜਾਵੇ। ਤਾਂ ਵਾਹਿਗੁਰੂ ਨੇ ਤੁਹਾਡੀ ਸੁਣੀ ਤੇ ਜਸਟਿਨ ਟਰੂਡੋ ਵੱਲੋਂ ਕੀਤੇ ਗਏ ਨੇਕ ਕੰਮ ਉਹਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਜਾ ਰਹੇ ਨੇ। ਪਰ ਦੋਸਤੋ, ਇੱਕ ਗੱਲ ਮੈਂ ਤੁਹਾਨੂੰ ਦੱਸਣਾ ਹੀ ਚਾਹੁੰਦਾ ਕਿ ਕਿਸੇ ਵੀ ਚੀਜ਼ ਨੂੰ ਫੋਰ ਗ੍ਰਾਂਟਡ ਲੈ ਲੈਣਾ ਸਾਡੇ ਲਈ ਹਾਨੀਕਾਰਕ ਸਿੱਧ ਹੋਊਗਾ। ਪਹਿਲਾਂ ਵੋਟਾਂ ਆਉਣ ਵਾਲੀਆਂ ਨੇ, ਉਹਨਾਂ ਚੀਜ਼ਾਂ ਨੂੰ ਲੈ ਕੇ ਸਾਡੇ ਕਈ ਏਜੰਟਸ ਵੀਰਾਂ ਵੱਲੋਂ ਕਈ ਤਰ੍ਹਾਂ ਦੇ ਫੁੱਟਬਾਲ ਬਣਾ ਕੇ ਲੋਕਾਂ 'ਚ ਸਿੱਟੇ ਗਏ ਸੀ ਵੀ ਹੁਣ ਇਹਨਾਂ ਨੂੰ ਖੇਡਦੇ ਰਹੋ। ਊਲ ਜਲੂਲ ਗੱਲਾਂ, ਜੱਗੋ ਤੇਰਵੀਆਂ ਗੱਲਾਂ ਕਰਕੇ ਤੁਹਾਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਮੈਂ ਦੋਸਤੋ ਇੱਕ ਗੱਲ ਕਹਿਣੀ ਚਾਹੂੰਗਾ ਕਿ ਸਿਸਟਮ ਨੂੰ ਅਬਿਊਜ਼ ਕਰਨਾ ਜਾਂ ਸਿਸਟਮ ਜਦੋਂ ਅਬਿਊਜ਼ ਹੋਣਾ ਸ਼ੁਰੂ ਹੋ ਜਾਂਦਾ, ਉਦੋਂ ਭਾਵੇਂ ਜਸਟਿਨ ਟਰੂਡੋ ਹੋਵੇ, ਭਾਵੇਂ NDP ਦੇ ਲੀਡਰ ਸਰਦਾਰ ਜਗਮੀਤ ਸਿੰਘ ਹੁਣੀ ਹੋਣ, ਜਦੋਂ ਕੈਨੇਡੀਅਨ ਗੌਰਮੈਂਟ ਦਾ ਬਣਾਇਆ ਹੋਇਆ ਸਿਸਟਮ ਅਬਿਊਜ਼ ਹੋਊਗਾ, ਚਾਹੇ ਉਹ ਕੋਈ ਵੀ ਕਮਿਊਨਿਟੀ ਕਰੂਗੀ, ਤਾਂ ਉਹ ਕਮਿਊਨਿਟੀ ਨੂੰ ਹੀ ਉਹਦਾ ਹਰਜਾਨਾ ਵੀ ਭਰਨਾ ਪਊਗਾ। ਲਾਸਟ ਜੇ ਮੈਂ ਪਿਛਲੇ ਸਾਲ 1.5 ਸਾਲ ਦੀ ਗੱਲ ਕਰਾਂ, ਜਿਹੜੀਆਂ ਬਰੈਂਪਟਨ ਸ਼ਹਿਰ ਦੇ ਵਿੱਚ ਵਾਰਦਾਤਾਂ ਹੋਈਆਂ ਸੀਗੀਆਂ, ਸਟੂਡੈਂਟਸ ਵੱਲੋਂ ਕੀਤੀਆਂ ਗਈਆਂ ਸੀਗੀਆਂ, ਉਹ ਭਾਵੇਂ ਕੁਝ 1% ਸਟੂਡੈਂਟ ਹੀ ਹੋਣਗੇ, ਤਾਂ ਕਾਫੀ ਰੂਲਸ ਐਂਡ ਰੈਗੂਲੇਸ਼ਨ ਸਖਤ ਕੀਤੇ ਗਏ ਸੀ। ਜੇ ਅਸੀਂ ਇਮੀਗ੍ਰੇਸ਼ਨ ਏਜੰਟਸ ਉਹਨਾਂ ਦੇ ਬਣਾਏ ਹੋਏ ਰੂਲਸ ਐਂਡ ਰੈਗੂਲੇਸ਼ਨਸ ਨੂੰ ਅਬਿਊਜ਼ ਕਰਾਂਗੇ, ਫਰੋਡੂਲੈਂਟ ਡਾਕੂਮੈਂਟਸ ਲਾਵਾਂਗੇ, ਗਲਤ ਤਰੀਕੇ ਦੇ ਕੇਸ ਅੰਬੈਸੀ ਨੂੰ ਬਣਾ ਕੇ ਭੇਜਾਂਗੇ, ਗਲਤ ਤਰੀਕੇ ਨਾਲ ਆਪਦੇ ਬੱਚਿਆਂ ਨੂੰ ਕੈਨੇਡਾ ਭੇਜਾਂਗੇ, ਤਾਂ ਜਿਹੜਾ ਇਹ ਸਿਸਟਮ ਅਬਿਊਜ਼ ਹੋਊਗਾ ਤੇ ਉਸ ਸਿਸਟਮ ਦਾ ਖਮਿਆਜ਼ਾ ਵੀ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਭੁਗਤਣਾ ਪਊਗਾ। ਮੈਂ ਦੋਸਤੋ ਬੇਨਤੀ ਕਰਨਾ ਚਾਹੁੰਦਾ ਕਿ ਪਿਛਲੇ ਤਕਰੀਬਨ 6 ਮਹੀਨੇ ਦੇ ਵਿੱਚ ਇਹੋ ਜਿਹੇ ਨੀਅਰ ਅਬਾਊਟ 300 ਕੇਸ ਮੇਰੇ ਕੋਲੇ ਵੀ ਆਏ ਨੇ, ਅਖਬਾਰਾਂ ਦੇ ਵਿੱਚ ਵੀ ਤੁਸੀਂ ਪੜ੍ਹੇ ਹੋਣਗੇ ਕਿ ਮੋਗੇ ਦੇ ਕਿਸੇ ਏਜੰਟ ਵੱਲੋਂ 200 ਬੱਚੇ ਤੇ ਬੈਨ ਲਵਾਇਆ ਗਿਆ। ਪਟਿਆਲੇ ਦਾ ਕੋਈ ਏਜੰਟ ਨੇ, ਉਹਦੇ ਕੋਲੋਂ ਕਈ ਬੱਚੇ ਬੈਨ ਹੋ ਕੇ ਆਏ ਨੇ। ਕਾਰਨ ਕੀ ਸੀ ਕਿ ਜਿੱਥੇ ਜਿਹੜੇ ਕਾਲਜ ਬੰਦ ਵੀ ਹੋ ਜਾਂਦੇ ਸੀ, ਸੀਟਾਂ ਫੁੱਲ ਵੀ ਹੋ ਜਾਂਦੀਆਂ ਸੀ,
ਉੱਥੋਂ ਦੇ ਸੀਟਸ ਦੀਆਂ ਵੀ ਆਫਰ ਲੈਟਰਸ ਐਡਿਟ ਕਰਕੇ ਨਕਲੀ ਫਰਾਡੂਲੈਂਟ ਆਫਰ ਲੈਟਰਸ, ਫਰਾਡੂਲੈਂਟ LOAs, ਫਰਾਡੂਲੈਂਟ GICs ਅੰਬੈਸੀ ਦੇ ਵਿੱਚ ਭੇਜੇ ਗਏ ਅਤੇ ਬੱਚਿਆਂ ਨੇ ਅੰਬੈਸੀ ਨੇ ਜਦੋਂ ਉਹ ਟਰੇਸ ਕੀਤੇ ਤਾਂ ਉਹ ਸਾਰੇ ਫਰਾਡੂਲੈਂਟ ਪਾਏ ਗਏ ਅਤੇ ਉਸ ਤੋਂ ਬਾਅਦ ਬੱਚਿਆਂ ਦੇ ਉੱਤੇ ਇਨਐਡਮਿਸਿਬਿਲਿਟੀ ਲਾ ਕੇ E40 ਦੇ ਅੰਡਰ ਸੈਕਸ਼ਨ ਦੇ ਵਿੱਚ 5 ਸਾਲ ਦੇ ਲਈ ਬੈਨ ਕੀਤੇ ਗਏ ਬੱਚੇ। ਹੁਣ ਜਦੋਂ ਅਸੀਂ ਬਾਰ-ਬਾਰ ਇਹੋ ਜਿਹੇ ਜੇ ਸਾਨੂੰ ਗੌਰਮੈਂਟ ਸਾਡੇ ਪ੍ਰਤੀ ਨਰਮ ਆ, ਜੇ ਸਾਡੇ ਪ੍ਰਤੀ ਗੌਰਮੈਂਟ ਦਾ ਰਵੱਈਆ ਨਰਮ ਆ, ਤਾਂ ਅਸੀਂ ਐਟਲੀਸਟ ਰੂਲਸ ਐਂਡ ਰੈਗੂਲੇਸ਼ਨਸ ਨੂੰ ਧਿਆਨ 'ਚ ਰੱਖ ਕੇ ਆਪਦੇ ਕੇਸ ਪ੍ਰੋਸੈਸ ਕਰੀਏ, ਤਾਂ ਜੋ ਜਿਹੜੇ ਹੁਣ ਆਉਣ ਵਾਲੇ 4 ਸਾਲ ਵੀ ਆ, ਜੇ ਅਸੀਂ ਆਪਦੇ ਬੱਚਿਆਂ ਦਾ ਫਿਊਚਰ ਕੈਨੇਡਾ ਦੇ ਵਿੱਚ ਆਪਦੇ ਬੱਚਿਆਂ ਨੂੰ ਸਟੈਬਲਿਸ਼ ਕਰਨਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਉੱਥੇ ਜਾ ਕੇ ਚੰਗਾ ਜੀਵਨ, ਚੰਗੀ ਜੀਵਨ ਜਾਚ ਸਿੱਖਣ, ਚੰਗਾ ਜੀਵਨ ਨਿਰਵਾਹ ਕਰਨ। ਦੋਸਤੋ, ਕੈਨੇਡਾ ਦੇ ਉੱਤੇ, ਕੈਨੇਡਾ ਦੀ ਧਰਤੀ ਮੇਰੇ ਹਿਸਾਬ ਦੇ ਨਾਲ ਜਿੰਨਾ ਕੁ ਮੈਂ ਦੇਖ ਕੇ ਆਇਆ ਕਿ ਇੱਕ ਸਵਰਗ ਤੋਂ ਘੱਟ ਨਹੀਂ ਆ, ਕਿਉਂਕਿ ਚੰਗਾ ਪੌਣ ਪਾਣੀ, ਚੰਗਾ ਖਾਣ ਪੀਣ, ਚੰਗਾ ਪਹਿਨਣ, ਸਾਡੇ ਬੱਚਿਆਂ ਨੂੰ ਚੰਗੀਆਂ ਸਹੂਲਤਾਂ, ਜਾਣਸਾਰ ਸਾਡੇ ਬੱਚੇ ਮਿਹਨਤਾਂ ਕਰਕੇ ਉੱਥੇ ਗੱਡੀਆਂ, ਆਪਦੀਆਂ ਕਾਰਾਂ, ਆਪਦੇ ਘਰ ਅਫੋਰਡ ਕਰ ਰਹੇ ਨੇ। ਪਰ ਜੇ ਅਸੀਂ ਇੰਡੀਆ ਦੇ ਵਿੱਚ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਸਿਸਟਮ ਨੂੰ ਅਬਿਊਜ਼ ਕਰਾਂਗੇ, ਜਾਂ ਅਸੀਂ ਕੈਨੇਡਾ ਜਾ ਕੇ ਉੱਥੋਂ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਅਸੀਂ ਅਬਿਊਜ਼ ਕਰਾਂਗੇ, ਤਾਂ ਉਹਨਾਂ ਦਾ ਖਮਿਆਜ਼ਾ ਸਾਨੂੰ ਜ਼ਰੂਰ ਭੁਗਤਣਾ ਪਊਗਾ। ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਆਉਣ ਵਾਲੇ 4 ਸਾਲ ਆ ਜਿਹੜੇ ਸਾਡੇ ਪੰਜਾਬੀਆਂ ਦੇ ਲਈ, ਖਾਸ ਕਰਕੇ ਸਾਡੇ ਪੰਜਾਬੀਆਂ ਦੇ ਲਈ, ਕਿਉਂਕਿ ਬਹੁਤ ਜ਼ਿਆਦਾ ਪਾਵਰ 'ਚ ਹੁਣ ਸਾਡੀ ਕਮਿਊਨਿਟੀ ਆ ਜਾਊਗੀ, ਕਿਉਂਕਿ ਇਹ ਜਿਹੜੀ ਗੌਰਮੈਂਟ ਵੀ ਬਣਨ ਜਾ ਰਹੀ ਹੈ, ਅਲਾਇੰਸ ਨਾਲ ਬਣਨ ਜਾ ਰਹੀ ਹੈ, ਅਤੇ ਉਹਨਾਂ ਦੇ ਜਿਹੜੇ ਮੁੱਖ ਲੀਡਰ ਸਾਹਿਬਾਨ ਨੇ ਉਹ ਸਰਦਾਰ ਜਗਮੀਤ ਸਿੰਘ ਹੁਣੀ ਨੇ, ਅਤੇ ਉਸ ਤੋਂ ਬਾਅਦ ਟਰੂਡੋ ਜੀ ਦੀ ਕੈਬਨਿਟ ਦੇ ਵਿੱਚ ਤਕੜੇ ਲੈਵਲ 'ਤੇ ਤਕੜੀਆਂ ਵਜ਼ੀਰੀਆਂ ਜਿਹੜੀਆਂ ਮਿਲਦੀਆਂ ਨੇ ਸਾਡੇ ਪੰਜਾਬੀਆਂ ਨੂੰ ਮਿਲਦੀਆਂ ਨੇ। ਪਰ ਇੱਕ ਚੀਜ਼ ਆ ਸਾਨੂੰ ਧਿਆਨ 'ਚ ਰੱਖਣੀ ਪਊਗੀ ਕਿ ਜਿਹੜੇ ਉਹ ਕੈਨੇਡੀਅਨ ਲੋਕ ਨੇ, ਜਿਹੜੇ ਕੈਨੇਡੀਅਨ, ਭਾਵੇਂ ਉਹ ਸਾਡੇ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਕੈਨੇਡੀਅਨ ਨੇ, ਭਾਵੇਂ ਕਿਸੇ ਹੋਰ ਕਮਿਊਨਿਟੀ ਨਾਲ ਸੰਬੰਧਿਤ ਕੈਨੇਡੀਅਨ ਨੇ, ਜੇ ਉਹਨਾਂ ਨੂੰ ਇਹ ਪਤਾ ਲੱਗੂਗਾ ਕਿ ਅਸੀਂ ਸਿਸਟਮ ਨੂੰ ਅਬਿਊਜ਼ ਕਰ ਰਹੇ ਹਾਂ, ਤਾਂ ਉਹ ਫਿਰ ਸਖਤੀ ਸਾਡੇ 'ਤੇ ਵਰਤਣਗੇ, ਹਰ ਹਾਲਤ ਦੇ ਵਿੱਚ ਵਰਤਣਗੇ। ਅਤੇ ਸਾਨੂੰ ਬਸ ਇੱਕ ਗੱਲ ਮੈਂ ਅਖੀਰ ਦੇ ਵਿੱਚ ਕਹਿ ਕੇ ਵਾਈਂਡ ਅਪ ਕਰਨਾ ਚਾਹੁੰਦਾ ਕਿ ਤੁਹਾਨੂੰ ਸਭ ਨੂੰ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਜੋ ਚਾਹੁੰਦੇ ਸੀ ਉਹ ਤੁਹਾਡੇ ਨਾਲ ਵਾਪਰਿਆ। ਜਸਟਿਨ ਟਰੂਡੋ ਦੁਬਾਰਾ ਪ੍ਰਧਾਨ ਮੰਤਰੀ ਬਣੇ ਨੇ, ਪਰ ਇੱਕ ਚੀਜ਼ ਨੂੰ ਧਿਆਨ 'ਚ ਰੱਖਿਓ ਕਿ ਹੁਣ ਸਾਡੀ ਵਾਰੀ ਆ ਕਿ ਆਪਦੇ ਬੱਚਿਆਂ ਨੂੰ ਅਸੀਂ ਬਜਾਏ ਉਹ ਜਿਹੜੀਆਂ ਅਟਰੈਕਟਿਵ ਐਡਵਰਟੀਜ਼ਮੈਂਟਸ ਹੁੰਦੀਆਂ ਨੇ ਕਿ 33% ਵਾਲੇ ਆ ਜਾਓ ਜੀ, 20% ਵਾਲੇ ਆ ਜਾਓ ਜੀ, ਬਿਨਾਂ ਆਈਲਟਸ ਵਾਲੇ ਆ ਜਾਓ ਜੀ, ਘੱਟ ਬੈਂਡਾਂ ਵਾਲੇ ਆ ਜਾਓ ਜੀ। ਦੇਖੋ ਦੋਸਤੋ, ਰੂਲਸ ਐਂਡ ਰੈਗੂਲੇਸ਼ਨਸ ਨਾ ਕੋਈ ਜਲੰਧਰ ਵਿੱਚ ਬੈਠ ਕੇ ਬਣਾਉਂਦਾ ਅਤੇ ਨਾ ਕੋਈ ਮੋਗੇ ਵਿੱਚ ਬੈਠ ਕੇ ਬਣਾਉਂਦਾ। ਰੂਲਸ ਐਂਡ ਰੈਗੂਲੇਸ਼ਨਸ CIC ਦੀ ਸਾਈਟ ਦੇ ਉੱਤੇ ਪਏ ਨੇ। ਦੇਖੋ, ਜਿਹੜੇ ਉਹ 33% ਵਾਲੇ ਨੇ ਅਤੇ 40% ਵਾਲੇ ਨੇ ਨਾ, ਉਹ 5% ਸਕਸੈਸ ਰੇਸ਼ੋ ਵਾਲੇ ਕੇਸ ਨੇ। ਉਹ ਜੂਏ ਖੇਡੇ ਜਾਂਦੇ ਨੇ, ਤੁਹਾਡੇ ਉੱਤੇ ਗੈਂਬਲਿੰਗ ਕੀਤੀ ਜਾਂਦੀ ਆ ਬੜੇ ਵੱਡੇ ਪੱਧਰ ਦੇ ਉੱਤੇ ਕਿ 100 ਕੇਸ ਉਹ ਜੇ ਅਪਲਾਈ ਕਰਦੇ ਹੋ, ਵਿੱਚੋਂ 10 ਤਾਂ ਵੀਜ਼ੇ ਆਉਣਗੇ। ਪਰ ਜੋ CIC ਨੇ ਜਿਹੜੇ ਰੂਲਸ ਬਣਾਏ ਨੇ, ਜਿਹਦੇ ਵਿੱਚ 100% ਸਕਸੈਸ ਰੇਸ਼ੋ ਮੈਂ ਕਹਿ ਸਕਦਾ, SDS ਅੰਡਰ ਆਪਦੇ ਬੱਚਿਆਂ ਨੂੰ ਪੜ੍ਹਨ ਲਈ ਮਜਬੂਰ ਕਰੋ, ਆਪਦੇ ਬੱਚਿਆਂ ਨੂੰ ਮਿਹਨਤ ਕਰਾ ਕੇ ਉਹਨਾਂ ਦੇ 10+2 ਦੇ ਵਿੱਚੋਂ ਚੰਗੇ ਨੰਬਰ ਦਿਵਾਓ, ਉਸ ਤੋਂ ਬਾਅਦ IELTS ਦੀ ਰਿਕੁਆਇਰਮੈਂਟ ਪੂਰੀ ਕਰੋ, ਤਾਂ ਜੋ ਤੁਹਾਨੂੰ ਗਲਤ ਰਾਹ ਚੂਜ਼ ਕਰਕੇ ਕੈਨੇਡਾ ਨਾ ਪਹੁੰਚਣਾ ਪਵੇ, ਨਾ ਹੀ ਤੁਹਾਨੂੰ ਪੈਕੇਜ ਖਰੀਦਣੇ ਪੈਣ। ਤੁਸੀਂ ਨਾਰਮਲ ਤਰੀਕੇ ਦੇ ਨਾਲ, ਚੰਗੇ ਤਰੀਕੇ ਦੇ ਨਾਲ ਕੇਸ ਅਪਲਾਈ ਕਰਕੇ ਆਪਦੇ ਬੱਚਿਆਂ ਦੇ ਸੁਨਹਿਰੀ ਭਵਿੱਖ ਸਿਰਜ ਸਕੋ। ਦੋਸਤੋ, ਮੇਰੀ ਆਖੀਰ ਦੇ ਵਿੱਚ ਇਹੀ ਬੇਨਤੀ ਆ, ਇੱਥੋਂ ਜਾਓ, ਖੁਸ਼ੀ ਕੈਨੇਡਾ ਪਹੁੰਚੋ, ਉੱਥੇ ਜਾ ਕੇ ਜਿਹੜੀ ਪੰਜਾਬ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਆ, ਜਾਂ ਪੰਜਾਬ ਦਾ ਜਿਹੜਾ ਸਿਸਟਮ ਆ, ਉਹਨੂੰ ਇੱਥੇ ਛੱਡ ਕੇ ਕੈਨੇਡਾ ਦਾ ਸਿਸਟਮ ਅਪਣਾ ਲਓ, ਤਾਂ ਜੋ ਤੁਸੀਂ ਵੀ ਸਮੂਥਲੀ ਆਪਦੀ ਲਾਈਫ ਨੂੰ ਕੰਟੀਨਿਊ ਕਰ ਸਕੋ, ਅਤੇ ਕੈਨੇਡੀਅਨ ਗੌਰਮੈਂਟ ਨੂੰ ਵੀ ਮਾਣ ਹੋਵੇ ਕਿ ਉਹ ਇੱਕ ਚੰਗੀ ਕਮਿਊਨਿਟੀ ਨੂੰ ਕੈਨੇਡਾ ਬੁਲਾ ਰਹੇ ਨੇ, ਜੋ ਕੈਨੇਡਾ ਦੇ ਸੁਨਹਿਰੀ ਭਵਿੱਖ ਦੇ ਵਿੱਚ ਆਪਦਾ ਬਣਦਾ ਯੋਗਦਾਨ ਪਾਉਂਦੇ ਆਏ ਨੇ, ਪਾਉਂਦੇ ਰਹਿਣਗੇ। ਇੰਨਾ ਕਹਿੰਦਾ ਵਾਖਿਆਵਾਂ ਦਾ ਜਾਚਕਾਂ ਜੀ, ਧੰਨਵਾਦ।